ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਜੀਵਨ ਸਾਥਣ ਰਾਜਵੰਤ ਕੌਰ ਪਿੱਛੇ ਜੇ ਸਦੀਵੀ ਵਿਛੋੜਾ ਦੇ ਗਈ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਗੁਰਮਤਿ ਸਮਾਗਮ ਪਰਮੇਸ਼ਰ ਦੁਆਰ ਵਿਖੇ ਕੀਤਾ ਗਿਆ, ਜਿਹਦੇ ਵਿੱਚ ਮੈਂ ਪੂਰੀ ਤਰ੍ਹਾਂ ਗੁਰਮਤਿ ਨੂੰ ਸਾਹਮਣੇ ਰੱਖ ਕੇ ਕਾਰਜ ਕੀਤੇ ਅਤੇ ਕਰਵਾਏ। ਭਾਈ ਰਣਜੀਤ ਸਿੰਘ ਦੇ ਸਹਿਮਤੀ ਦੇ ਨਾਲ ਇਹ ਸਾਰਾ ਕਾਰਜ ਨੇਪਰੇ ਚੜ੍ਹਾਇਆ ਗਿਆ। ਪਰ ਜੰਮੂ ਤੋਂ ਦੋ ਅਖੌਤੀ ਵਿਦਵਾਨ ਜਿਹੜੇ ਕਿ ਪ੍ਰੈਕਟੀਕਲ ਤੌਰ 'ਤੇ ਕੁਝ ਵੀ ਕੰਮ ਅੱਜ ਤੱਕ ਨਹੀਂ ਕਰ ਸਕੇ, ਉਹਨਾਂ ਨੇ ਮੇਰੇ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਨੇ, ਮੈਨੂੰ ਮੱਤਾਂ ਦੇਣ ਦਾ ਯਤਨ ਕੀਤਾ। ਇਹ ਜਿਹੜੇ ਵਿਦਵਾਨ ਅਖਵਾਉਂਦੇ ਨੇ ਆਪਣੇ ਆਪ ਨੂੰ, ਇਹਨਾਂ ਨੇ ਅਮਲੀ ਤੌਰ 'ਤੇ ਅੱਜ ਤੱਕ ਕੋਈ ਵੀ ਵਡੇਰਾ ਯਾਦਗਾਰੀ ਕਾਰਜ ਨਹੀਂ ਕੀਤਾ। ਇਹਨਾਂ ਦਾ ਕਹਿਣਾ ਹੈ, ਇੱਕ ਇੱਕ ਨੁਕਤੇ ਨੂੰ ਆਪਾਂ ਵਿਚਾਰ ਰਹੇ ਹਾਂ ਕਿ ਸਿੱਖ ਧਰਮ ਵਿੱਚ ਪੁਨਰ ਜਾਗਰਨ ਦਾ ਦੌਰ ਬਾਬਾ ਦਿਆਲ ਤੋਂ ਸ਼ੁਰੂ ਹੋਇਆ। ਬਾਬਾ ਦਿਆਲ ਜੀ ਦਾ ਇਤਿਹਾਸ ਵਿੱਚ ਓਨਾ ਜ਼ਿਕਰ ਨਹੀਂ ਮਿਲਦਾ ਜਿੰਨਾ ਪ੍ਰੋਫੈਸਰ ਗੁਰਮੁਖ ਸਿੰਘ ਦੇ ਕੀਤੇ ਕਾਰਜਾਂ ਦਾ ਸਾਨੂੰ ਬਹੁਤ ਕੁਝ ਲਿਖਿਆ ਮਿਲਦਾ ਹੈ। ਉਹਨਾਂ ਨੇ ਕਿਵੇਂ ਕਿਵੇਂ ਟੱਕਰ ਲਈ, ਵਿਗਿਆਨਕ ਢੰਗ ਨਾਲ ਸਿੱਖਾਂ ਨੂੰ ਸੋਚਣ ਵਾਸਤੇ ਤਿਆਰ ਕੀਤਾ। ਗੁਰਬਾਣੀ ਦੇ ਅਰਥਾਂ ਬਾਰੇ, ਇਤਿਹਾਸ ਬਾਰੇ, ਮਨਮਤਾਂ ਬਾਰੇ ਜੋ ਟੀਮ ਖੜੀ ਕੀਤੀ ਪ੍ਰੋਫੈਸਰ ਗੁਰਮੁਖ ਸਿੰਘ ਨੇ, ਗਿਆਨੀ ਦਿੱਤ ਸਿੰਘ ਅਤੇ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਮਹਾਨ ਵਿਦਵਾਨ ਉਹਦੀ ਸੋਚ ਦੀ ਹੀ ਦੇਣ ਸਨ। ਅਤੇ ਇਹ ਬਾਬਾ ਦਿਆਲ 'ਤੇ ਖਲੋਤਾ ਹੈ, ਗੁਰਮੁਖ ਸਿੰਘ ਦਾ ਇਹਨੇ ਜ਼ਿਕਰ ਤੱਕ ਨਹੀਂ ਕੀਤਾ। ਅੱਗੇ ਇਹ ਕਹਿੰਦਾ ਬਹੁਤਿਆਂ ਨੇ ਸਿਰਫ ਲਿਖਿਆ ਹੈ ਪਰ ਅਮਲੀ ਕਾਰਜ ਕੋਈ ਨਹੀਂ ਕੀਤਾ। ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ, ਇਹ ਖੁਦ ਬਾਰੇ ਦੱਸਣ ਕਿ ਇਹਨਾਂ ਨੇ ਕਿਹੜਾ ਟੈਲੀਵਿਜ਼ਨ ਚੈਨਲ ਚਲਾਇਆ ਅਤੇ ਕਿਹੜਾ ਰੇਡੀਓ ਚਲਾਇਆ, ਕਿਹੜਾ ਅਖਬਾਰ ਚਲਾਇਆ। ਇਹਨਾਂ ਨੇ ਸਮਾਜ ਦੇ ਸੁਧਾਰ ਵਾਸਤੇ ਅਮਲੀ ਤੌਰ 'ਤੇ ਕਿਹੜਾ ਵਡੇਰਾ ਕਾਰਜ ਕੀਤਾ, ਕਦੀ ਦੱਸਤਾ ਦੇਣ ਸਾਨੂੰ ਸਾਰਿਆਂ ਨੂੰ ਸਮਾਜ ਦੇ ਵਾਸਤੇ ਜੋ ਇਹਨਾਂ ਨੇ ਕਾਰਜ ਕੀਤੇ ਨੇ। ਸਗੋਂ ਮੈਂ ਇਹ ਦੱਸ ਦੇਣਾ ਚਾਹੁੰਦਾ, ਸਰਦਾਰ ਜੋਗਿੰਦਰ ਸਿੰਘ ਨੇ ਸਪੋਕਸਮੈਨ ਅਖਬਾਰ ਚਲਾਇਆ ਤਾਂ ਇਹ ਜੰਮੂ ਵਾਲੇ ਭਾਈ ਉਹਦਾ ਪੱਲਾ ਫੜ ਕੇ ਆਪਣੇ ਆਪ ਨੂੰ ਉਭਾਰਨਾ ਚਾਹੁੰਦੇ ਸਨ ਅਤੇ ਜੋਗਿੰਦਰ ਸਿੰਘ ਨੂੰ ਵੀ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਸਨ। ਅਤੇ ਸਰਦਾਰ ਜੋਗਿੰਦਰ ਸਿੰਘ ਨੇ ਇਹਨਾਂ ਨੂੰ ਅਖਬਾਰ ਦੇ ਨਾਲੋਂ ਵੱਖ ਕਰ ਦਿੱਤਾ। ਫਿਰ ਇਹਨਾਂ ਨੇ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦਾ ਪੱਲਾ ਫੜਿਆ, ਪਰ ਉਹਦੇ ਨਾਲ ਵੀ ਇਹ ਰਲ ਕੇ ਚੱਲ ਨਾ ਸਕੇ। ਮੈਨੂੰ ਵੀ ਇਹਨਾਂ ਨੇ ਜੰਮੂ ਦੇ ਵਿੱਚ ਕਈ ਵਾਰ ਬੁਲਾਇਆ ਅਤੇ ਆਪਣੀਆਂ ਗੱਲਾਂ ਮਨਾਉਣ ਦਾ ਯਤਨ ਕੀਤਾ। ਮੈਂ ਇਹਨਾਂ ਦੀਆਂ ਜਿਹੜੀਆਂ ਮਨਮਤੀ ਗੱਲਾਂ ਸਨ, ਹਉਮੈ ਹੰਕਾਰ ਨਾਲ ਭਰੇ ਵਿਚਾਰ ਸਨ, ਉਹਨਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਮਾਂ ਪਾ ਕੇ ਇਹਨਾਂ ਨੇ ਮੇਰੇ ਨਾਲੋਂ ਵੀ ਤੋੜ ਵਿਛੋੜਾ ਕਰ ਦਿੱਤਾ। ਇੱਥੋਂ ਤੱਕ ਮੇਰੀ ਪਤਨੀ 15 ਸਾਲ ਤੱਕ ਲਗਾਤਾਰ ਬਿਮਾਰ ਰਹੀ ਹੈ। ਹਸਪਤਾਲਾਂ ਦੇ ਵਿੱਚ ਮੈਂ ਇਲਾਜ ਕਰਾਉਂਦਾ ਰਿਹਾ ਹਾਂ। ਇਹਨਾਂ ਨੇ ਕਦੇ ਫੋਨ ਕਰਕੇ ਵੀ ਹਾਲ ਚਾਲ ਨਹੀਂ ਪੁੱਛਿਆ, ਪਰ ਜਦੋਂ ਉਹਦਾ ਅਕਾਲ ਚਲਾਣਾ ਹੋ ਜਾਂਦਾ ਹੈ ਉਦੋਂ ਇਹ ਮੈਨੂੰ ਮੱਤਾਂ ਦੇਣ ਵਾਸਤੇ ਮੀਡੀਆ ਦੇ ਵਿੱਚ ਪਹੁੰਚ ਜਾਂਦੇ ਨੇ। ਅਤੇ ਅੱਗੇ ਇਹ ਲਿਖਦੇ ਨੇ ਕਿ ਗਿਆਨੀ ਗੁਰਦਿੱਤ ਸਿੰਘ ਨੇ ਰਾਗਮਾਲਾ ਦੇ ਵਿਰੁੱਧ ਲਿਖਿਆ, ਪਰ ਉਹਨਾਂ ਦੀ ਮੌਤ 'ਤੇ ਉਹਨਾਂ ਦੇ ਪਰਿਵਾਰ ਨੇ ਰਾਗਮਾਲਾ ਪੜ੍ਹ ਕੇ ਹੀ ਪਾਠ ਦਾ ਭੋਗ ਪਾਇਆ। ਉਹ ਭਲਿਓ, ਇਹ ਸਮਾਜ ਨੂੰ ਐਡੀ ਛੇਤੀ ਨਹੀਂ ਬਦਲਿਆ ਜਾ ਸਕਦਾ। ਜਿਹੜੇ ਮਾਈ ਭਾਈ ਅਤੇ ਸਕੇ ਸੰਬੰਧੀ ਭੋਗ ਦੇ ਸਮੇਂ ਇਕੱਠੇ ਹੁੰਦੇ ਨੇ, ਸਾਰਿਆਂ ਨੂੰ ਰਾਗਮਾਲਾ ਤੋਂ ਬਿਨਾਂ ਜੇ ਪਾਠ ਕਰਕੇ ਸੁਣਾਵਾਂਗੇ ਰੌਲਾ ਪੈ ਜਾਣਾ ਅਤੇ ਸਾਰਾ ਸਮਾਗਮ ਹੀ ਹਾਈਜੈਕ ਹੋ ਜਾਣਾ, ਕੁਰਾਹੇ ਪੈ ਜਾਣਾ ਅਤੇ ਲੜਾਈ ਝਗੜੇ ਹੋ ਜਾਣੇ ਨੇ। ਇਸ ਤਰ੍ਹਾਂ ਤੁਰੰਤ ਇਹ ਸਾਰਾ ਕੁਝ ਨਹੀਂ ਬਦਲਿਆ ਜਾ ਸਕਦਾ। ਤੁਸੀਂ ਆਪਣੇ ਮਰਗਿਆਂ ਦੇ ਭੋਗ 'ਤੇ ਜੋ ਮਰਜ਼ੀ ਆਪਣੇ ਘਰ ਦੇ ਵਿੱਚ ਕਰ ਲੈਣਾ, ਪਰ ਦੂਜਿਆਂ ਨੂੰ ਜਾ ਕੇ ਮੱਤਾਂ ਨਾ ਦਿਓ। ਐਡੀ ਛੇਤੀ ਇਹ ਸਾਰਾ ਕੁਝ ਬਦਲਿਆ ਜਾਣਾ ਸੰਭਵ ਨਹੀਂ ਹੈ। ਇਸੇ ਤਰ੍ਹਾਂ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਬਾਰੇ ਵੀ ਇਹ ਕਹਿੰਦੇ ਨੇ ਕਿ ਉਹਨਾਂ ਦਾ ਇੰਨਾ ਕੀਤਾ ਕੰਮ ਅੰਤਲੇ ਸਮੇਂ ਸਾਰਾ ਖੂਹ ਖਾਤੇ ਪੈ ਗਿਆ। ਉਹਨਾਂ ਦੇ ਪਰਿਵਾਰ ਨੇ ਵੀ ਉਹੀ ਮਨਮੱਤਾਂ ਇਹਨਾਂ ਦੇ ਭੋਗ ਦੇ ਸਮੇਂ 'ਤੇ ਕੀਤੀਆਂ, ਜਦੋਂ ਕਿ ਇਹ ਕੋਰਾ ਝੂਠ ਹੈ। ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਮੈਂ ਕਾਲਾ ਅਫਗਾਨਾ ਪਿੰਡ ਦੇ ਵਿੱਚ ਰਹਿ ਰਹੇ ਉਹਨਾਂ ਦੇ ਪਰਿਵਾਰ ਨੂੰ ਫੋਨ ਕਰਕੇ ਪੁੱਛਿਆ ਕਿ ਮੈਂ ਅਫਗਾਨਾ ਜੀ ਦੇ ਭੋਗ 'ਤੇ ਆਉਣਾ ਚਾਹੁੰਦਾ, ਕਿਸ ਦਿਨ ਤੁਸੀਂ ਭੋਗ ਪਾਉਣਾ। ਉਸ ਦੀ ਨੂੰਹ ਰਾਣੀ ਨੇ ਮੈਨੂੰ ਦੱਸਿਆ ਕਿ ਅਸੀਂ ਕੋਈ ਭੋਗ ਨਹੀਂ ਪਾਇਆ,
कोई पाठ नहीं करवाया। तुसीं परिवार नाल दुख साझा करन वास्ते जदों मर्जी आ जाओ। साडे घर दे विच जां गुरद्वारे दे विच असीं कोई समागम नहीं कीता, ना असीं करना है। सानूं बापू जी इहो ही कोई सिखा के पढ़ा के गए ने। पर ये जम्मू वाले भाई झूठ बोल रहे ने कि अफगाना जी दे मरगत दे उत्ते भी वो सारियां मनमत्तां होईयां। मैं खुद फोन करके उन्हां दे परिवार नूं पुछया, उन्हां ने अजिहा कुछ भी नहीं कीता। ते फिर मरगत के समय ते ये कहते ने एक इनकलाबी प्रोग्राम होना चाहिए सी। इनू ये भुल गया भाइयों नूं कि इनकलाबी प्रोग्राम का की मतलब हुंदा है। मरगत के उत्ते मरन मारन दीयां गल्लां करनियां ने, इनकलाब दीयां गल्लां करनियां ने। एक पासे साडे घर दा सत्कारयोग जी सातों सदा वास्ते विछड़ जावे, परिवार दा कोई तरवास देण वाला कोई मैंबर कोई इन्ना तकड़ा नहीं हुंदा कि वो सारियां रस्मां रीतां नूं इसे तरह खिड़े मत्थे स्वीकार कर लवे। ਉਹਦੇ मन के उत्ते जो गुजरती है वो ਉਹੀ जानदा है, कोई बगाना नहीं जानता। ये दूर बैठे जम्मू वाले भाई तो उक्का ही नहीं जानते। पर ये इन्हां नूं मैं याद करवा देना चाहुंदा, मैं सारी उम्र इनकलाबी रहा हाँ। हर किते मैं मनमतां दी अते गुरमत दी पछाण वास्ते लड़ाइयां लड़ियां ने। ते फिर मेरे ते किन्ने वारी मारू हमले हो गए ने। 9 साल तक मैं मुकदमे भुगते ने, जेल विच बंद रहा हाँ। अकाल तख्त दे पुजारी ने मेरे विरुद्ध हुक्मनामा जारी किया है। ते अजे इनकलाब दीयां गल्लां ये भाई मैनू सिखाउंदा है। अपने घरें आराम नाल AC दे कोले बैठ के अपने परिवार विच मौजां माण के, ते जिन्हें कोई भी काम ना कीता होवे, केवल ऐश कीती होवे, पैसा कमाया होवे, ते वो दूजिआं नूं इनकलाब लियाउण दीयां मत्तां दे रहा है। वो भी मरगत के टाइम ते जदों तुहाडे घर मरगतां होणगीआं तुसीं इनकलाब लिया के विखा देना। तुहाडे घर दे विच एक मरगत के समागम ते मैं खुद जाके हाज़र होया सी, कथा वार्ता भी कीती सी। तुसीं समाज नालों इन्ना टुट गए सी, हालांकि बहुते वड्डे काम तुसीं नहीं कीते। तुहानूं किसी ने गुरु ग्रंथ साहब की बीड़ भी देण तो इनकार कर दिता सी। ते तुहानूं स्पीकर सड़कों वाले खंभियां ते ला के अपने घर दे विच हो रहे समागम की आवाज़ लोकां तक पहुँचाउण वास्ते इन्हां बाहरले स्पीकरां दा सहारा लेना पिया सी। तुहाडे घर दे विच 20-25 बंदियां तो वध तुहाडा दुख वंडाउण वास्ते कोई हाज़र नहीं सी होया। कि समाज नालों टुट के असीं कोई सुधार कर सकांगे? कदी सोच के वेखो कि वड्डा इनकलाब किवें आउंदा है लोकां दे विच विचर के कि लोकां नालों टुट के। इस तरह इन्हां ने कहा कि इस भोग ते जिहड़ा कि इंदर सिंह घग्गा ने उत्थे करवाया, इहदे विच भगौती वाली अरदास कीती गई। वो भलिया कदी सोच के तां वेख लै, हर एक गुरद्वारे दे विच भगौती वाली अरदास कीती जा रही है। शायद 100% ही गुरद्वारे होणगे, क्योंकि अजे तक सिखां दे विच इन्नी जागरूकता नहीं आई कि भगौती वाली अरदास नूं वो रद्द कर सकण। सानू मत देण तो पहलां जम्मू वालिओ अपने आले दुआले जम्मू दे विच पुंछ दे विच कदी भगौती वाली अरदास गुरद्वारिਆਂ चों बंद करके विखा दिओ। घरां दे विच जदों समागम हुंदे ने उदों भगौती वाली अरदास बंद करन वास्ते तुसीं पहुंच जाना, ते उत्थों जिहड़ी हालत तुहाडी होवेगी वो फिर अपने आप ही लोकां नूं पता लग जावेगी। पहलां समाज नूं थोड़ा बहुत तैयार करीदा हुंदा है तां ये गल्लां हुंदियां ने। ये कोई जादू की छड़ी नहीं है कि मैं झटपट सारा कुछ बदल दियां। तुसीं मेरे नालों वड्डे अखवाउंदे हो ते तुसीं बदल के विखा दिओ। फिर इन्हें अगे नुकता उठाया कि इन्हें अपनी पत्नी राजवंत कौर दे शरीर नूं अग दे विच साड़ दिता। ਉਹਦੇ अंग जे हस्पताल दे दिंदे लोड़वंदां दे ਉਹਦੇ अंग कम आ सकते सन। ये भी इन्हें वड्डी मनमत कीती है। वो भलिया तैनूं तां ये भी नहीं पता, वो 15 सालों तो गठीए की मरीज सी। राजवंत कौर दे अंग नकारा हो चुके सन, हड्डियां कमज़ोर पै चुकियां सन, अखां दी जोत जांदी रही सी। तैनूं तां ये भी नहीं पता उन्हें किन्ना दुख भोगिया। मैं किन्ना ਉਹਦੇ इलाज वास्ते दौड़ भज कीती है, ते ਉਹਦੇ अंग जे कोई काम करते हुंदे
ਤਾਂ ਸ਼ਾਇਦ ਉਹਦੀ ਮੌਤ ਵੀ ਨਾ ਹੁੰਦੀ ਤੇ ਨਕਾਰਾ ਹੋ ਚੁੱਕੇ ਅੰਗਾਂ ਨੂੰ ਤੂੰ ਲੋੜਵੰਦਾਂ ਨੂੰ ਦੇਣ ਦੀ ਮੈਨੂੰ ਸਲਾਹ ਦੇ ਰਿਹਾ ਹੈ। ਕੁਝ ਤੇ ਸ਼ਰਮ ਕਰ। ਤੂੰ ਆਪਣੇ ਅੰਗ ਜਿਉਂਦੇ ਜੀ ਮੈਂ ਚਾਹੁੰਦਾ ਦਾਨ ਕਰ ਦੇ। ਹਸਪਤਾਲ ਚਲਾ ਜਾ ਕਿ ਮੇਰੀ ਇੱਕੋ ਕਿਡਨੀ ਨਾਲ ਕੰਮ ਚੱਲ ਜਾਵੇਗਾ। ਇੱਕ ਕਿਡਨੀ ਕਿਸੇ ਲੋੜਵੰਦ ਨੂੰ ਪਾ ਦਿਓ। ਮੈਨੂੰ ਇੱਕੋ ਅੱਖ ਨਾਲ ਕੰਮ ਚਲਾ ਲੈਣ ਦਿਓ। ਇੱਕ ਅੱਖ ਮੇਰੀ ਕਿਸੇ ਲੋੜਵੰਦ ਨੂੰ ਦੇ ਦਿਓ। ਤੁਸੀਂ ਆਪ ਕੋਈ ਇਹੋ ਜਿਹੀ ਕੁਰਬਾਨੀ ਕਰਕੇ ਵਿਖਾ ਦਿਓ, ਫਿਰ ਅਸੀਂ ਤੁਹਾਡੇ ਬਲਿਹਾਰ ਜਾਵਾਂਗੇ। 70 ਸਾਲ ਦੀ ਉਮਰ ਤੁਹਾਡੀ ਹੋ ਚੁੱਕੀ ਹੈ, ਅਜੇ ਤੱਕ ਸਰੀਰ ਦਾ ਆਪ ਜਾਂ ਆਪਣੇ ਪਰਿਵਾਰ ਵੱਲੋਂ ਕੋਈ ਅੰਗਦਾਨ ਨਹੀਂ ਕੀਤਾ ਤੇ ਮੈਨੂੰ ਅੰਗਦਾਨ ਕਰਨ ਦੀ ਨਸੀਹਤ ਦੇਣ ਵਾਸਤੇ ਨੈੱਟ 'ਤੇ ਆ ਗਏ ਹੋ। ਪਰ ਭਲਿਓ ਉਹ ਤੇ ਅੰਗ ਨਕਾਰਾ ਹੋ ਚੁੱਕੇ ਸਨ। ਇਹ ਮੈਂ ਵੀ ਜਾਣਦਾ ਕਿ ਅੰਗ ਦਾਨ ਕੀਤੇ ਜਾ ਸਕਦੇ ਨੇ, ਮੈਂ ਕੋਈ ਇੰਨਾ ਅਣਜਾਣ ਨਹੀਂ। ਇਸੇ ਤਰ੍ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਸਾਧਵਾਦ ਦੇ ਚੱਕਰ ਦੇ ਵਿੱਚੋਂ ਨਿਕਲ ਕੇ ਭਾਈ ਬਣਿਆ ਤੇ ਸਹੀ ਰਾਹ 'ਤੇ ਆ ਕੇ ਗੁਰਮਤ ਦਾ ਪ੍ਰਚਾਰ ਕਰਨ ਲੱਗਿਆ ਤੇ ਉਹ ਮੈਨੂੰ ਅਤੇ ਹੋਰ ਬਜ਼ੁਰਗਾਂ ਨੂੰ ਬਾਪੂ ਜੀ ਕਹਿ ਕੇ ਸੰਬੋਧਨ ਕਰਦਾ ਹੈ। ਆਪ ਕਦੀ ਸੰਤ ਨਹੀਂ ਅਖਵਾਉਂਦਾ, ਮੈਂ ਉਹਨੂੰ ਬੇਟਾ ਕਹਿ ਕੇ ਬੁਲਾਉਂਦਾ ਰਿਹਾ ਤੇ ਤੁਸੀਂ ਅਜੇ ਕਹਿ ਰਹੇ ਹੋ ਕਿ ਉੱਥੇ ਤਾਂ ਤੂੰ ਮੈਨੂੰ ਕਾਜੀ ਕਹਿ, ਮੈਂ ਤੈਨੂੰ ਮੁੱਲਾ ਆਖਾਂਗਾ। ਉਹ ਰਣਜੀਤ ਸਿੰਘ ਇੰਦਰ ਸਿੰਘ ਦੀ ਤਾਰੀਫ ਕਰਦਾ ਰਿਹਾ, ਭਾਈ ਇੰਦਰ ਸਿੰਘ ਭਾਈ ਰਣਜੀਤ ਸਿੰਘ ਦੀ ਤਾਰੀਫ ਕਰਦਾ ਰਿਹਾ। ਇਹ ਤਾਂ ਇਸ ਤਰ੍ਹਾਂ ਦਾ ਇਹਨਾਂ ਦਾ ਚਾਪਲੂਸੀ ਦਾ ਸਮਾਗਮ ਸੀ। ਲਾਹਨਤ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹ ਵੀ ਨਹੀਂ ਸਮਝਦੇ ਕਿ ਪਿਓ ਪੁੱਤਰ ਦਾ ਰਿਸ਼ਤਾ ਹੁੰਦਾ, ਆਦਰ ਮਾਣ ਦਾ, ਧੰਨਵਾਦ ਦਾ ਕੋਈ ਢੰਗ ਤਰੀਕਾ ਹੁੰਦਾ। ਤੁਸੀਂ ਕਿੰਨੇ ਕੁ ਇਹ ਸਾਰੇ ਰਿਸ਼ਤੇ ਜਾਣਦੇ ਹੋ, ਕਿੰਨੇ ਕੁ ਨਿਭਾਏ ਨੇ, ਇਹ ਤੁਹਾਡੀ ਵਰਤੋਂ ਵਿਹਾਰ ਤੋਂ ਚੰਗੀ ਤਰ੍ਹਾਂ ਪਤਾ ਲੱਗਦਾ ਹੈ। ਤੁਸੀਂ ਭਾਈ ਰਣਜੀਤ ਸਿੰਘ ਨੂੰ ਵਾਪਸ ਆਇਆ ਮਨਮੱਤਾਂ ਤਿਆਗ ਕੇ ਉਹਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ, ਕਿਉਂਕਿ ਉਹ ਸਮਾਜ ਦੇ ਪ੍ਰਚਾਰਕਾਂ ਨਾਲੋਂ ਬਹੁਤ ਅੱਗੇ ਨਿਕਲ ਗਿਆ। ਉਹਦੀਆਂ ਵਿਗਿਆਨਕ ਗੱਲਾਂ ਤੁਹਾਨੂੰ ਹਜਮ ਵੀ ਨਹੀਂ ਆ ਰਹੀਆਂ। ਤੁਸੀਂ ਉਹਦੇ ਵਰਗਾ ਕੋਈ ਅਦਾਰਾ ਖੋਲ੍ਹ ਕੇ ਵਿਖਾਓ, ਕੋਈ ਟੀਵੀ ਚੈਨਲ ਚਲਾ ਕੇ ਵਿਖਾਓ, ਉਹਦੇ ਵਰਗਾ ਬੋਲ ਕੇ ਵਿਖਾਓ, ਫਿਰ ਆਲੋਚਨਾ ਕਰਨ ਦਾ ਤੁਹਾਡਾ ਹੱਕ ਬਣ ਜਾਵੇਗਾ। ਪਰ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਜਿਹੜਾ ਕਿ ਸਮਾਜ ਦੇ ਭਲੇ ਵਾਸਤੇ ਹੋਵੇ। ਉਸ ਤੋਂ ਬਾਅਦ ਮੈਨੂੰ ਫੋਨ ਕਰਨ ਬਾਰੇ ਇਹ ਭਾਈ ਸ਼ਰੇਆਮ ਝੂਠ ਬੋਲ ਰਿਹਾ ਹੈ ਕਿ ਮੈਂ ਫੋਨ ਕਰਕੇ ਇਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਮੇਰਾ ਫੋਨ ਚੁੱਕਿਆ ਨਹੀਂ ਗਿਆ। ਇੰਨਾ ਕੁਫਰ ਵੀ ਕੋਈ ਤੋਲ ਸਕਦਾ ਹੈ? ਮੈਂ ਹੈਰਾਨ ਹਾਂ ਇਹਨਾਂ ਲੋਕਾਂ ਦੀ ਜ਼ਮੀਰ ਤੋਂ। ਹਾਂ, 6 ਮਹੀਨੇ ਪਹਿਲਾਂ ਇਹਨਾਂ ਦਾ ਫੋਨ ਮੈਨੂੰ ਆਇਆ ਸੀ। ਭਾਈ ਰਣਜੀਤ ਸਿੰਘ ਦੇ ਵਿਰੋਧ ਦੇ ਵਿੱਚ ਇਹ ਬਹੁਤ ਕੁਝ ਬੋਲਦਾ ਸੀ। ਮੈਂ ਸਰੇਆਮ ਇਹਨੂੰ ਆਖਿਆ ਕਿ ਉਹਦੇ ਵਿੱਚ ਗਲਤੀ ਕੱਢ ਕੇ ਵਿਖਾਓ, ਮੈਂ ਮਾफ़ੀ ਮੰਗਣ ਨੂੰ ਤਿਆਰ ਹਾਂ ਤੇ ਭਾਈ ਰਣਜੀਤ ਸਿੰਘ ਵੀ ਮਾफ़ੀ ਮੰਗਣ ਨੂੰ ਤਿਆਰ ਹੈ, ਪਰ ਤੁਸੀਂ ਗਲਤੀ ਕੱਢ ਕੇ ਦਿਖਾਓ ਉਹਨੇ ਗਲਤ ਕੰਮ ਕੀ ਕੀਤਾ। ਸਗੋਂ ਉਹਦਾ ਤੇ ਧੰਨਵਾਦ ਕਰੋ, ਉਹ ਜਿਹੜਾ ਪਹਿਲਾਂ ਸੰਤ ਬਣਿਆ ਹੋਇਆ ਸੀ, ਪੈਰੀਂ ਹੱਥ ਲਗਵਾਉਂਦਾ ਸੀ, ਉਹ ਸਾਰਾ ਕੁਝ ਤਿਆਗ ਕੇ ਸਹੀ ਰਾਹ 'ਤੇ ਆ ਗਿਆ। ਤੁਹਾਨੂੰ ਤੇ ਸਵਾਗਤ ਕਰਨਾ ਬਣਦਾ। ਇਹ 6 ਮਹੀਨੇ ਪਹਿਲਾਂ ਹੀ ਮੇਰੇ ਨਾਲ ਮੇਰੀਆਂ ਕੌੜੀਆਂ ਕਸੈਲੀਆਂ ਸੁਣ ਕੇ ਤੋੜ ਵਿਛੋੜਾ ਕਰ ਲਿਆ ਸੀ। ਹੁਣ ਤੇ ਇਹਨੇ ਫੋਨ ਕਰਿਆ ਹੀ ਨਹੀਂ, ਕੇਵਲ ਝੂਠ ਬੋਲ ਰਿਹਾ। ਤੇ ਇਸ ਤਰ੍ਹਾਂ ਅੱਗੇ ਗੱਲ ਜਿਹੜੀ ਆਉਂਦੀ ਹੈ ਉਹ ਹੈ ਇਹਨਾਂ ਜੰਮੂ ਵਾਲੇ ਵਿਦਵਾਨਾਂ ਦੀ ਕਿ ਧੰਨਵਾਦ ਅਤੇ ਚਾਪਲੂਸੀ ਦੇ ਵਿੱਚ ਕੀ ਫਰਕ ਹੁੰਦਾ ਹੈ। ਇਹਨਾਂ ਨੂੰ ਤਾਂ ਇਹ ਵੀ ਨਹੀਂ ਪਛਾਣ। ਜਦੋਂ ਭਾਈ ਰਣਜੀਤ ਸਿੰਘ ਮੇਰੇ ਬਿਨਾਂ ਬੁਲਾਏ ਰਾਜਵੰਤ ਕੌਰ ਦੇ ਚਲਾਣਾ ਕਰ ਜਾਣ 'ਤੇ ਘਰੇ ਦੁੱਖ ਸਾਂਝਾ ਕਰਨ ਵਾਸਤੇ ਆਇਆ ਤਾਂ ਮੇਰਾ ਫਰਜ਼ ਬਣਦਾ ਸੀ ਧੰਨਵਾਦ ਕਰਨਾ। ਜਿਹੜਾ ਵੀ ਮੇਰੇ ਘਰ ਆਉਂਦਾ ਮੈਂ ਉਹਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹੋ, ਬਹੁਤ ਬਹੁਤ ਧੰਨਵਾਦ ਹੈ। ਭਾਈ ਰਣਜੀਤ ਸਿੰਘ ਵੀ ਘਰ ਦੇ ਵਿੱਚ ਆਇਆ, ਮੈਂ ਉਹਨੂੰ ਕੋਈ ਸੱਦਾ ਪੱਤਰ ਨਹੀਂ ਭੇਜਿਆ ਸੀ। ਉਹਨੂੰ ਜੇ ਇਨਸਾਨੀਅਤ ਦਾ ਦਰਦ ਸੀ, ਜੇ ਮੇਰੇ ਨਾਲ ਪਿਆਰ ਸੀ, ਜੇ ਅਸੀਂ ਉਹਨੂੰ ਪਹਿਲਾਂ ਮਿਲੇ ਸੀ, ਉਹ ਸਾਨੂੰ ਪਹਿਲਾਂ ਮਿਲਿਆ ਸੀ, ਤਾਂ ਉਹਨੇ ਉਹ ਗੱਲ ਭੁਲਾਈ ਨਹੀਂ। ਸਗੋਂ ਸਰਦਾਰਨੀ ਦੇ ਚਲਾਣਾ ਕਰ ਜਾਣ ਤੋਂ ਬਾਅਦ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਆਏ ਤੇ ਉਸੇ ਸਮੇਂ 'ਤੇ ਉਹਨਾਂ ਨੇ ਮੇਰੇ ਬਿਨਾਂ ਆ ਕੇ ਆਪ ਕਿਹਾ ਕਿ ਤੁਸੀਂ ਇਕੱਲੇ ਹੋ ਘਰ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਤੁਹਾਡੇ ਬਹੁਤ ਸਾਰੇ ਵਿਰੋਧੀ ਨੇ, ਤੁਹਾਨੂੰ ਇਕੱਲਿਆਂ ਨੂੰ ਇੰਨਾ ਜਿਹੜਾ ਕਾਰਜ ਕਰਨਾ ਵੀ ਬਹੁਤ ਮੁਸ਼ਕਲ ਹੋਵੇਗਾ, ਪ੍ਰਬੰਧ ਕਰਨਾ। ਰਿਸ਼ਤੇਦਾਰ, ਦੋਸਤ ਮਿੱਤਰ, ਸਕੇ ਸੰਬੰਧੀ ਬਹੁਤ ਆਉਣਗੇ, ਉਹਨਾਂ ਦੇ ਖਾਣੇ ਦਾਣੇ ਦਾ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਇੱਕੋ ਵਿਅਕਤੀ ਵਾਸਤੇ ਬਹੁਤ ਔਖਾ ਹੈ।
ਤੇ ਤੁਸੀਂ ਪਰਮੇਸ਼ਰ ਦੁਆਰ ਗੁਰਦੁਆਰੇ ਵਿਖੇ ਇਹ ਸਾਰਾ ਕਾਰਜ ਕਰ ਲੈਣਾ, ਅਸੀਂ ਆਪਣੇ ਆਪ ਸਭ ਕੁਝ ਕੰਟਰੋਲ ਕਰ ਲਵਾਂਗੇ। ਤਾਂ ਮੈਂ ਹਾਮੀ ਭਰ ਦਿੱਤੀ। ਜੇ ਉੱਥੇ ਸਮਾਗਮ ਹੋ ਗਿਆ ਤਾਂ ਕਿਸੇ ਗੁਰਦੁਆਰੇ ਵਿੱਚ ਵੀ ਤਾਂ ਹੋਣਾ ਸੀ, ਜੇ ਕਿਤੇ ਮੈਨੂੰ ਉਹ ਇਜਾਜ਼ਤ ਦਿੰਦੇ ਗੁਰਦੁਆਰੇ ਵਾਲੇ, ਨਹੀਂ ਤਾਂ ਘਰ ਦੇ ਵਿੱਚ ਮੈਨੂੰ ਇੰਨਾ ਵੱਡਾ ਸਮਾਗਮ ਸੰਭਾਲਣਾ ਬਹੁਤ ਔਖਾ ਸੀ। ਤੇ ਤੁਹਾਨੂੰ ਉਹ ਵੀ ਚੁੱਭਦਾ ਹੈ ਕਿ ਭਾਈ ਰਣਜੀਤ ਸਿੰਘ ਦੇ ਪਰਮੇਸ਼ਰ ਦੁਆਰ ਦੇ ਵਿੱਚ ਇਹ ਸਮਾਗਮ ਕਿਉਂ ਕੀਤਾ ਗਿਆ, ਜਿਹੜਾ ਕਿ ਲਗਭਗ 99.9% ਗੁਰਮਤ ਦੇ ਅਨੁਸਾਰ ਹੋਇਆ। ਉਹਦੇ ਵਿੱਚ ਕੁਝ ਵੀ ਮਨਮਤ ਨਹੀਂ ਕੀਤੀ ਗਈ ਤੇ ਤੁਹਾਨੂੰ ਉਹ ਵੀ ਪਸੰਦ ਨਹੀਂ ਆਇਆ। ਇਸੇ ਤਰ੍ਹਾਂ ਜੋ ਸਾਰੀ ਉਮਰ ਵਿੱਚ ਕੋਈ ਵੀ ਵਡੇਰਾ ਕਾਰਜ ਨਹੀਂ ਕਰ ਸਕੇ ਤੇ ਉਹ ਅੱਜ 2 ਅੱਖਰ ਪਾ ਕੇ ਨੈੱਟ ਦੇ ਉੱਤੇ, ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਉਹ ਮੈਨੂੰ ਮੱਤਾਂ ਦੇਣ ਚੱਲੇ ਨੇ। ਮੈਂ ਪਿਛਲੇ 50 ਸਾਲਾਂ ਤੋਂ ਇਹੋ ਹੀ ਕਾਰਜ ਲਗਾਤਾਰ ਲਿਖ ਕੇ ਅਤੇ ਬੋਲ ਕੇ ਕਰਦਾ ਆ ਰਿਹਾ। ਰੇਡੀਓ 'ਤੇ, TV ਚੈਨਲਾਂ 'ਤੇ, ਅਖਬਾਰ ਦੇ ਰਾਹੀਂ, ਕਿਤਾਬਾਂ ਦੇ ਰਾਹੀਂ, ਸੀਡੀਆਂ ਰਾਹੀਂ, YouTube ਦੇ ਰਾਹੀਂ, ਸਿੱਧਾ ਸਟੇਜਾਂ ਦੇ ਉੱਤੇ ਇਹ ਸਾਰੇ ਕਾਰਜ ਮੈਂ ਕਰਦਾ ਆ ਰਿਹਾ। ਮੇਰੇ 50 ਸਾਲਾਂ ਦੇ ਕਾਰਜ ਇਹਨਾਂ ਨੇਤਰਹੀਣਾਂ ਨੂੰ ਸ਼ਾਇਦ ਨਜ਼ਰ ਹੀ ਨਹੀਂ ਆਏ। ਕੰਨਾਂ ਤੋਂ ਬੋਲਿਆਂ ਨੂੰ ਕੁਝ ਸੁਣਾਇਆ ਹੀ ਨਹੀਂ ਜਾ ਸਕਦਾ, ਜਾਂ ਇਹ ਕਹਿ ਲਈਏ ਇਹਨਾਂ ਦਾ ਮਾਨਸਿਕ ਪੱਧਰ ਅਟਕ ਗਿਆ ਹੈ। ਇੱਥੇ ਖਲੋਤਾ ਕਿ ਸਿਰਫ ਅਸੀਂ ਦੋਵੇਂ ਸਿਆਣੇ ਆ, ਬਾਕੀ ਸਾਰੇ ਤਾਂ ਕਮਲੇ ਤੁਰੇ ਫਿਰਦੇ ਨੇ। ਗੁਰੂ ਪਿਆਰ ਵਾਲਿਓ, ਕਦੀ ਸੋਚ ਕੇ ਵੇਖੋ, ਜੇ ਪਰਮੇਸ਼ਰ ਦੁਆਰ ਵਿੱਚ ਮੈਂ ਜੀਵਨ ਸਾਥਣ ਦਾ ਗੁਰਮਤ ਸਮਾਗਮ ਕਰਵਾ ਦਿੱਤਾ ਤਾਂ ਕਿਹੜੀ ਪਰਲੋ ਆ ਗਈ। ਹੋਰ ਗੁਰਦੁਆਰੇ ਵਾਲਿਆਂ ਨੇ ਮੈਨੂੰ ਸਮਾਗਮ ਕਰਨ ਹੀ ਨਹੀਂ ਦੇਣਾ ਸੀ, ਕਿਉਂਕਿ ਮੈਂ ਪੰਥ ਵਿੱਚੋਂ ਛੇਕਿਆ ਹੋਇਆ ਹਾਂ। ਭਾਈ ਰਣਜੀਤ ਸਿੰਘ ਮੈਨੂੰ ਬਾਪੂ ਜੀ ਕਹਿ ਕੇ ਸੰਬੋਧਨ ਕਰਦੇ ਨੇ, ਮੈਂ ਉਹਨੂੰ ਬੇਟਾ ਕਹਿ ਕੇ ਬੁਲਾਉਂਦਾ ਹਾਂ। ਤੁਹਾਨੂੰ ਇਹ ਸ਼ਬਦ ਵੀ ਲਗਾਤਾਰ ਚੁੱਭਦੇ ਰਹੇ ਨੇ ਤੇ ਤੁਸੀਂ ਆਪ ਨਾ ਕਿਸੇ ਦਾ ਸਤਿਕਾਰ ਕਰ ਸਕਦੇ ਹੋ ਤੇ ਨਾ ਆਪਣਾ ਕਰਵਾ ਸਕਦੇ ਹੋ। ਤੁਹਾਨੂੰ ਸਮਾਜ ਦੇ ਵਿੱਚ ਸ਼ਾਇਦ ਵਿਚਰਨਾ ਹੀ ਨਹੀਂ ਆਇਆ। ਇਹਨਾਂ ਦੇ ਵਿੱਚੋਂ ਇੱਕ ਭਾਈ ਨੇ ਤਾਂ ਬਹੁਤ ਸਾਰੇ ਪੈਸੇ ਕਮਾਉਣ ਵਾਸਤੇ ਸਕੂਲ ਖੋਲ੍ਹਿਆ ਸੀ ਤੇ ਉਹ ਸਕੂਲ ਵੀ ਅੰਤ ਨੂੰ ਇਹਦੀਆਂ ਮੰਦੀਆਂ ਹਰਕਤਾਂ ਦੇ ਕਾਰਨ ਬੰਦ ਹੋ ਗਿਆ ਤੇ ਸਕੂਲ ਦੇ ਵਿੱਚ ਵੀ ਕੋਈ ਗੁਰਮਤ ਨਹੀਂ ਸੀ ਚਲਾਈ ਜਾਂਦੀ, ਬਲਕਿ ਪੈਸਾ ਹੀ ਕਮਾਇਆ ਜਾਂਦਾ ਸੀ। ਉਹ ਸਕੂਲ ਵੀ ਇਹਨੇ ਬੰਦ ਕਰਵਾ ਲਿਆ ਤੇ ਜੇ ਕਿਸੇ ਇਹਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਉਹ ਗੁਰਦੁਆਰਾ ਵੀ ਇਹ ਬੰਦ ਹੀ ਕਰਵਾਵੇਗਾ। ਗੁਰੂ ਪਿਆਰ ਵਾਲਿਓ, ਗੁਰਮਤ ਕੀ ਹੁੰਦੀ ਹੈ ਤੇ ਮਨਮਤ ਕੀ ਹੁੰਦੀ ਹੈ, ਮੈਂ ਬਹੁਤ ਕੁਝ ਪੜ੍ਹ ਲਿਆ, ਬਹੁਤ ਕੁਝ ਸੁਣ ਲਿਆ ਤੇ ਬਹੁਤ ਕੁਝ ਸਟੇਜਾਂ 'ਤੇ ਪ੍ਰਚਾਰ ਲਿਆ। ਇਹ ਮੈਨੂੰ ਵਿਦਵਾਨ ਵੀ ਆਖੀ ਜਾਂਦਾ ਹੈ ਤੇ ਮੇਰੇ ਵਿਰੋਧ ਵਿੱਚ ਵੀ ਖੜਾ ਹੋ ਜਾਂਦਾ ਹੈ। ਜਦੋਂ ਮੈਨੂੰ ਆਪਣੇ ਸਮਾਗਮਾਂ 'ਚ ਬੁਲਾਉਂਦਾ ਸੀ ਉਦੋਂ ਇਹਨੂੰ ਮੇਰੇ 'ਚ ਗੁਰਮਤ ਨਜ਼ਰ ਆਉਂਦੀ ਸੀ। ਅੱਜ ਇਹ ਗੁਰਮਤ ਸਮਾਗਮ ਆਪਣੇ ਜੰਮੂ ਦੇ ਵਿੱਚ ਨਹੀਂ ਕਰ ਸਕਦਾ, ਇਹਦੀ ਉੱਥੇ ਸੱਦ ਪੁੱਛ ਨਹੀਂ ਰਹੀ, ਪੈਸਾ ਖਰਚਣੋਂ ਇਹ ਸੰਕੋਚ ਕਰਦਾ ਹੈ। ਤੇ ਜੇ ਮੈਂ ਹੋਰ ਕਿਤੇ ਸਮਾਗਮ ਕਰਦਾ, ਕੋਈ ਹੋਰ ਆਪਣਾ ਪ੍ਰੋਗਰਾਮ ਕਰਦਾ ਤਾਂ ਇਹਨੂੰ ਉਹ ਚੰਗਾ ਨਹੀਂ ਲੱਗਦਾ। ਮੈਂ ਇਹਨੂੰ ਪੁੱਛ ਕੇ ਪ੍ਰੋਗਰਾਮ ਕਰਾਂ, ਇਹ ਚਾਹੁੰਦਾ ਸ਼ਾਇਦ। ਇਹਦੀ ਅਕਲ ਆਪਣੇ ਥਾਂ 'ਤੇ ਇਹਦੇ ਘਰ ਵਾਸਤੇ ਹੋਵੇਗੀ, ਇਹਦੀ ਲੋੜ ਵਾਸਤੇ ਇਹਦੀ ਅਕਲ ਹੋਵੇਗੀ, ਪਰ ਬਿਨਾਂ ਮੰਗਿਆਂ ਮੈਨੂੰ ਅਕਲ ਦੇਣ ਦਾ ਯਤਨ ਨਾ ਕਰੇ। ਗੁਰੂ ਪਿਆਰ ਵਾਲਿਓ, ਅਜਿਹੇ ਹੋਰ ਵੀ ਬਹੁਤ ਸਾਰੇ ਭੈਣ ਭਾਈ ਨੇ ਜਿਹੜੇ ਨਫ਼ਰਤਾਂ ਭਾਈ ਰਣਜੀਤ ਸਿੰਘ ਨਾਲ ਕਰਦੇ ਨੇ, ਪਰ ਉਹ ਕਹਿ ਰਹੇ ਨੇ ਮੈਨੂੰ ਕਿ ਤੂੰ ਉੱਥੇ ਕਿਉਂ ਗਿਆ, ਉਹ ਤਾਂ ਆਪ ਮਨਮਤੀ ਹੈ ਤੇ ਤੂੰ ਵੀ ਮਨਮਤੀਆ ਬਣ ਗਿਆ। ਇਹਦਾ ਮਤਲਬ ਹੈ ਅਜੇ ਤੱਕ ਇਹਨਾਂ ਨੂੰ ਗੁਰਮਤ ਅਤੇ ਮਨਮਤ ਦੀ ਸਮਝ ਹੀ ਨਹੀਂ ਆਈ। ਪ੍ਰਤੀਤ ਤਾਂ ਇਹੋ ਹੀ ਹੁੰਦਾ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਪਹਿਲਾਂ ਕਦੀ ਗੁਰਮਤ ਅਤੇ ਮਨਮਤ ਨੂੰ ਗੁਰਬਾਣੀ ਦੇ ਚਾਨਣ ਵਿੱਚ ਵਿਗਿਆਨਕ ਢੰਗ ਨਾਲ ਸੋਚਣ ਦਾ, ਸਮਝਣ ਦਾ ਯਤਨ ਕਰ ਲਓ, ਫਿਰ ਦੂਜਿਆਂ ਨੂੰ ਮਤ ਦੇਣ ਜਾਣਾ। ਇਹ ਮਤ ਵੀ ਨਿੱਜੀ ਤੌਰ 'ਤੇ ਦੇਣ ਨਾ ਜਾਇਓ। ਜਿਹੜਾ ਤੁਹਾਡਾ ਆਪਣਾ ਕੋਈ ਸੋਚ ਸਮਝ ਦਾ ਦਾਇਰਾ ਹੈ ਉਹਦੇ ਅਨੁਸਾਰ ਲਿਖ ਕੇ ਜਾਂ ਬੋਲ ਕੇ ਨੈੱਟ 'ਤੇ ਪਾ ਸਕਦੇ ਹੋ, ਪਰ ਨਿੱਜੀ ਕਿਹੜਾ ਨਾ ਕੱਢਿਓ। ਸਾਂਝੀ ਗੱਲ ਕਰੋ ਜਿਹੜੀ ਤੁਹਾਨੂੰ ਆਉਂਦੀ ਹੈ। ਤੇ ਮੈਂ ਵੀ ਤੁਹਾਡਾ ਕਦੀ ਸਾਂਝੀਆਂ ਗੱਲਾਂ ਹੀ ਕੀਤੀਆਂ ਨੇ, ਨਾਮ ਲੈ ਕੇ ਕਿਹੜਾ ਕੱਢਣ ਦਾ ਮੈਂ ਯਤਨ ਨਹੀਂ ਕੀਤਾ। ਤੁਹਾਨੂੰ ਨਾਮ ਲੈ ਕੇ ਕਦੀ ਬਦਨਾਮ ਕਰਨ ਦਾ ਯਤਨ ਨਹੀਂ ਕੀਤਾ। ਮੇਰੀ ਆਪਣੀ ਆਜ਼ਾਦੀ ਹੈ, ਤੁਹਾਡੀ ਆਪਣੀ ਆਜ਼ਾਦੀ ਹੈ। ਤੁਸੀਂ ਜਿਵੇਂ ਚਾਹੋ ਜ਼ਿੰਦਗੀ ਜਿਉ ਸਕਦੇ ਹੋ, ਮੈਂ ਜਿਵੇਂ ਚਾਹਾਂ ਜ਼ਿੰਦਗੀ ਜਿਉ ਸਕਦਾ ਹਾਂ।
ਤੇ ਘੱਟੋ ਘੱਟ ਮਰਗਤ ਦੇ ਸਮੇਂ ਤਾਂ ਅਜਿਹੇ ਭੱਦੇ ਸ਼ਬਦ ਅਤੇ ਭੱਦੇ ਇਲਜ਼ਾਮ ਉਹ ਨਹੀਂ ਲਾਉਣੇ ਚਾਹੀਦੇ ਜਿਹੜੇ ਕਿ ਤੁਸੀਂ ਲਾਉਣ ਦੀ ਹਮਾਕਤ ਕੀਤੀ ਹੈ। ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੌਜਵਾਨਾਂ ਨੇ ਮੇਰੇ ਹਮਾਇਤ ਦੇ ਵਿੱਚ ਆਵਾਜ਼ ਉਠਾਈ ਹੈ। ਇਹ ਤੱਕ ਮੇਰੀ ਬੇਟੀ ਬਾਰੇ ਵੀ ਬਹੁਤ ਕੁਝ ਕਹਿ ਦਿੰਦੇ ਨੇ ਜੰਮੂ ਵਾਲੇ ਅਤੇ ਹੋਰ ਲੋਕ ਜਿਹੜੀ ਕਿ ਗੁਰਮਤ ਦਾ ਬੇਅੰਤ ਪ੍ਰਚਾਰ ਕਰਦੀ ਹੈ, ਤੇ ਮੇਰੇ ਪਰਿਵਾਰ ਬਾਰੇ ਵੀ ਕਹਿ ਦਿੰਦੇ ਨੇ ਤੇ ਮੇਰੇ ਬਾਰੇ ਵੀ ਬਹੁਤ ਕੁਝ ਬੋਲ ਦਿੰਦੇ ਨੇ। ਮੈਂ ਅਜਿਹੇ ਲੋਕਾਂ ਦੀ ਬਹੁਤੀ ਪਰਵਾਹ ਨਹੀਂ ਕਰਦਾ। ਮੈਂ ਆਪਣੇ ਰਾਹ 'ਤੇ ਲਗਾਤਾਰ ਚੱਲਦਾ ਆਇਆ ਤੇ ਗੁਰੂ ਨਾਨਕ ਬਾਬਾ ਜੀ ਦਾ ਓਟ ਆਸਰਾ ਲੈ ਕੇ ਗੁਰਬਾਣੀ ਦੇ ਚਾਨਣ ਵਿੱਚ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਅੰਤਲੇ ਸਵਾਸਾਂ ਤੱਕ ਜਿਉਣ ਦਾ ਯਤਨ ਕਰਦਾ ਰਹਾਂਗਾ। ਹੋਈਆਂ ਭੁੱਲਾਂ ਚੁੱਕਣ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।